ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਨੰਦਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ। ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਣ। ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਅੱਜ ਦਾ ਪਵਿੱਤਰ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ 52 ਅੱਖਰੀ ਵਿੱਚੋਂ 52 ਅੱਖਰਾਂ ਤੇ ਗਿਆਨ ਦਿੰਦੇ ਹੋਏ ਅੱਜ ਡੱਡੇ ਅੱਖਰ ਰਾਹੀਂ ਪਾਤਸ਼ਾਹ ਜੀ ਕੀ ਉਪਦੇਸ਼ ਬਖਸ਼ਦੇ ਹਨ। ਆਓ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ। ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕਾ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਪਵਿੱਤਰ ਸ਼ਬਦ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 256 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਹਿੰਦੇ ਹਨ, ਸਿੱਖਾ ਇਉਂ ਬੇਨਤੀ ਕਰਿਆ ਕਰ। ਡੰਡਾਉਤ ਬੰਧਨ ਮਤਲਬ ਡੰਡੇ ਦੀ ਤਰ੍ਹਾਂ ਸਿੱਧਾ ਪੈ ਕੇ। ਆਪਾਂ ਤਾਂ ਨਮਸਕਾਰ ਕਰਦੇ ਹਾਂ ਤਰ੍ਹਾਂ ਤਰ੍ਹਾਂ ਦੇ ਨਾਲ। ਇੱਥੇ ਪਾਤਸ਼ਾਹ ਨੇ ਕਿਹਾ ਡੰਡੇ ਦੀ ਤਰ੍ਹਾਂ ਬਿਲਕੁਲ ਸਿੱਧਾ ਪੈ ਕੇ। ਇਹਦਾ ਮਤਲਬ ਇਹ ਨਹੀਂ ਕਿ ਲੰਬੇ ਪੈਣ ਦੀ ਗੱਲ ਕਹੀ ਆ। ਇਹਦਾ ਮਤਲਬ ਇਹ ਹੈ ਕਿ ਆਪਣੇ ਮਨ ਨੂੰ ਸਿੱਧਾ ਕਰਕੇ ਸਹੀ ਕਰਕੇ। ਜਿਵੇਂ ਨਾਮਦੇਵ ਜੀ ਕਹਿੰਦੇ ਹਨ, ਮਨ ਮੇਰਾ ਗਜ। ਗਜ ਕੱਪੜੇ ਮਿਲਣ ਵਾਲਾ, ਪਹਿਲਾਂ ਕੱਪੜੇ ਦਾ ਹੁੰਦਾ ਸੀ, ਹੁਣ ਲੋਹੇ ਦਾ ਬਣ ਗਿਆ। ਤਾਂ ਗੱਜ ਕਹਿਣ ਦਾ ਮਤਲਬ ਹੈ ਕਿ ਮਨ ਮੈਂ ਬਿਲਕੁਲ ਸਿੱਧਾ ਕਰਕੇ, ਜਿਵੇਂ ਦਰਜੀ ਕੱਪੜਾ ਮਿਲ ਲਈ ਗਜ ਨੂੰ ਸਿੱਧਾ ਕਰਦਾ,
ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਤੇ ਜੀਵ ਨੂੰ ਮੈਂ ਬਣਾ ਲਿਆ ਕੈਂਚੀ। ਮੱਪ ਮੱਪ ਕਾਟੋ ਜਮ ਕੀ ਫਾਸੀ, ਮੈਂ ਜਮਾਂ ਦੀਆਂ ਫਾਹੀਆਂ ਨੂੰ ਮਿਣ ਮਿਣ ਕੇ ਵੱਢਦਾ ਹਾਂ। ਭਾਵ ਪਰਮੇਸ਼ਰ ਦਾ ਨਾਮ ਜਪਣਾ ਰਸਨਾ ਦੇ ਨਾਲ ਮਨ ਨੂੰ ਐ ਡੰਡੇ ਦੀ ਤਰ੍ਹਾਂ ਸਿੱਧਾ ਕਰਕੇ, ਗੱਜ ਦੀ ਤਰ੍ਹਾਂ ਸਿੱਧਾ ਕਰਕੇ। ਤਾਂ ਉਸੇ ਤਰ੍ਹਾਂ ਹੀ ਇੱਥੇ ਪਾਤਸ਼ਾਹ ਕੇਵਲ ਇਹ ਨਹੀਂ ਕਹਿੰਦੇ ਕਿ ਲੰਬਾ ਪਾ ਕੇ ਕਹਿ, ਇੱਥੇ ਕਹਿੰਦੇ ਵੀ ਸਿੱਧਾ ਹੋ ਜਾ, ਪਹਿਲਾਂ ਮਨ ਨੂੰ ਸਿੱਧਾ ਕਰ। ਜਿਹੜੇ ਮਨ ਦੇ ਵਿੱਚ ਈਰਖਾ, ਦੁਈ, ਦਵੈਤ, ਨਿੰਦਾ, ਚੁਗਲੀ, ਸਾੜਾ, ਕਿਸੇ ਦੇ ਪ੍ਰਤੀ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੈ, ਇਹ ਤੋਂ ਕੱਢ ਇਹਨੂੰ ਪਹਿਲਾਂ, ਫੇਰ ਤੇਰੀ ਨਮਸਕਾਰ ਪ੍ਰਵਾਨ ਹੋਣੀ ਹੈ। ਵਰਨਾ ਸਤਿਗੁਰ ਕੀ ਪ੍ਰਤੀਤ ਨ ਆਈਆ, ਗੁਰੂ ਤੇ ਭਰੋਸਾ ਨਹੀਂ। ਸ਼ਬਦ ਨਾ ਲਾਗੋ ਭਾਓ, ਸ਼ਬਦ ਨਾਲ ਪਿਆਰ ਨਹੀਂ। ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਓ ਜਾਓ। ਐ ਝੁਕਣ ਨੂੰ ਤਾਂ ਸ਼ਿਕਾਰੀ ਵੀ ਝੁਕਦਾ ਹੈ। ਪਾਤਸ਼ਾਹ ਜੀ ਆਸਾ ਦੀ ਬਾਤ 'ਚ ਕਹਿ ਰਹੇ ਸੀ ਕਿ ਝੁਕਣ ਨੂੰ ਤਾਂ ਸ਼ਿਕਾਰੀ ਵੀ ਝੁਕਦਾ ਹੈ। ਜੋ ਹੰਤਾ ਮਿਰਗਾਹੇ, ਜਿਹੜਾ ਮਿਰਗ ਨੂੰ ਮਾਰਨ ਵੇਲੇ ਚਾਹੇ ਉਹ ਖਿੱਚ ਕੇ ਤੀਰ ਮਾਰਦਾ ਉਦੋਂ ਵੀ ਝੁਕਦਾ, ਚਾਹੇ ਚਲਾ ਕੇ ਬੰਦੂਕ ਚਲਾ ਕੇ ਮਾਰਦਾ ਉਦੋਂ ਵੀ ਉਹ ਝੁਕਦਾ ਹੈ। ਪਰ ਉਹਦੇ ਝੁਕਣ ਦੇ ਵਿੱਚ ਤਾਂ ਕਿਸੇ ਦਾ ਨੁਕਸਾਨ ਹੋ ਰਿਹਾ ਹੈ। ਕਹੋ ਸਤਨਾਮ ਸਿੰਘ। ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਖਸੁੱਧੇ ਜਾਏ। ਹੁਣ ਇੱਥੇ ਗੱਲ ਕਲੀਅਰ ਹੋ ਗਈ ਨਾ ਵੀ ਜੇ ਅੰਦਰੋਂ ਤੂੰ ਸਾਫ਼ ਨਹੀਂ ਤੇ ਫਿਰ ਮੱਥਾ ਟੇਕਣ ਦਾ ਕੀ ਫਾਇਦਾ ਹੋਵੇਗਾ। ਕਹੋ ਸਤਨਾਮ ਸਿੰਘ। ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਖਸੁੱਧੇ ਜਾਏ। ਤਾਂ ਇੱਥੇ ਡੰਡੌਤ ਬੰਦਨਾ ਦਾ ਇਹ ਵੀ ਅਰਥ ਹੈ, ਜਿਵੇਂ ਕਈ ਲੋਕ ਲੰਬਾ ਪੈ ਕੇ ਨਮਸਕਾਰ ਕਰਦੇ ਆ, ਮਕਸਦ ਹੈ ਅੰਦਰੋਂ ਝੁਕਣ ਦਾ। ਜੇ ਅੰਦਰੋਂ ਮਨ ਸਿੱਧਾ ਨਹੀਂ ਹੋਇਆ ਤੇ ਫਿਰ ਬਾਹਰੋਂ ਜਿੰਨੀਆਂ ਮਰਜ਼ੀ ਡੰਡੌਤਾਂ ਕੋਈ ਕਰ ਲਵੇ ਉਹ ਪ੍ਰਵਾਨ ਨਹੀਂ ਹੋਣੀ ਹੈ। ਭਾਵਨਾ ਦੀ, ਪਿਆਰ ਦੀ ਗੱਲ ਹੈ, ਪ੍ਰੇਮ ਦੀ ਗੱਲ ਹੈ। ਇੱਕ ਵਾਰ ਚੌਥੇ ਪਾਤਸ਼ਾਹ ਜੀ ਦੇ ਸਮੇਂ ਗੁਰਸਿੱਖ ਹੋਇਆ ਇੱਕ, ਤਾਂ ਗੁਰੂ ਪਿਆਰਿਓ ਉਹ ਲੰਗਰ ਵੀ ਸੇਵਾ ਕਰਿਆ ਕਰਦਾ ਸੀ, ਆਟਾ ਗੁੰਨਣ ਦੀ, ਪ੍ਰਸ਼ਾਦੇ ਬਣਾਉਣ ਦੀ। ਤੇ ਅਚਾਨਚੱਕ ਚੌਥੇ ਪਾਤਸ਼ਾਹ ਜੀ ਲੰਗਰ 'ਚ ਆ ਗਏ। ਹੁਣ ਉਹਦੇ ਹੱਥ ਆਟੇ ਦੇ ਵਿੱਚ ਹੈ, ਲਿਬੜੇ ਹੋਏ, ਆਟਾ ਲੱਗਿਆ ਹੋਇਆ ਹੱਥਾਂ ਨੂੰ, ਆਟੇ ਦੀ ਸੇਵਾ ਚੱਲ ਰਹੀ ਹੈ। ਹੁਣ ਉਧਰੋਂ ਗੁਰੂ ਸਾਹਿਬ ਆ ਗਏ ਤੇ ਨਮਸਕਾਰ ਵੀ ਕਰਨੀ ਹੈ। ਤਾਂ ਉਸ ਸਿੱਖ ਨੇ ਉਸ ਵੇਲੇ ਆਪਣੀ ਅਕਲ ਵੀ ਵਰਤੀ ਆ ਕਿ ਗੁਰੂ ਦੀ ਖੁਸ਼ੀ ਵੀ ਲੈਣੀ ਹੈ ਔਰ ਹੱਥਾਂ ਨੂੰ ਰੇਤਾ ਵੀ ਨਾ ਲੱਗ ਜੇ ਥੱਲਿਓ। ਇਸ ਕਰਕੇ ਉਹਨੇ ਪਿੱਛੇ ਢੂਈ ਤੇ ਹੱਥ ਕਰਕੇ ਐਡਾ ਮੱਥਾ ਟੇਕਿਆ ਤੇ ਗੁਰੂ ਪਾਤਸ਼ਾਹ ਬੜੇ ਖੁਸ਼ ਹੋਏ। ਕਹਿੰਦੇ ਵਾਹ ਸਿੱਖਾ, ਤੇਰੇ ਵਰਗਾ ਵੀ ਪੰਥ ਹੋਵੇਗਾ ਜਿਹੜੇ ਤੇਰੇ ਵਾਂਗੂ ਵੀ ਮੱਥਾ ਟੇਕਿਆ ਕਰਨਗੇ। ਕਹੋ ਸਤਨਾਮ ਸਿੰਘ। ਅੰਦਰਲੀ ਭਾਵਨਾ ਦੀ ਗੱਲ ਹੈ ਇੱਥੇ, ਨਾ ਇੱਥੇ ਲੰਬੇ ਪੈਣ ਦੀ ਗੱਲ ਹੈ, ਨਾ ਕੋਡੇ ਹੋਣ ਦੀ ਗੱਲ ਹੈ। ਹਾਂ, ਨਮਸਕਾਰ ਕਰਾਂਗੇ ਤੇ ਇਦਾਂ ਹੀ ਕਰਨੀ ਪਊਗੀ ਜਿਵੇਂ ਕਰਦੇ ਹਾਂ ਆਪਾਂ, ਪਰ ਇੰਨੇ ਨਾਲ ਗੱਲ ਨਹੀਂ ਬਣਨੀ, ਅੰਦਰੋਂ ਵੀ ਝੁਕਣਾ ਪੈਣਾ। ਜਿਵੇਂ ਪਾਤਸ਼ਾਹ ਜੀ ਨੇ ਸਫਾਈ ਦੀ ਗੱਲ ਕੀਤੀ ਤਾਂ ਉੱਥੇ ਵੀ 3 ਤਰ੍ਹਾਂ ਦੀ ਸਫਾਈ ਦੱਸੀ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਸਰੀਰ ਦੀ ਸਫਾਈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਕੱਪੜੇ ਗੰਦੇ ਹੋ ਜਾਣ ਤੇ ਇਹਨਾਂ ਨੂੰ ਸਾਬਣ ਦੇ ਨਾਲ ਸਾਫ਼ ਕਰੀਏ। ਭਰੀਐ ਮਤ ਪਾਪਾਂ ਕੈ ਸੰਗ, ਤੇ ਉਹ ਧੋਪੈ ਨਾਵੈ ਕੇ ਰੰਗ। ਤੇ ਜਿੰਨਾ ਚਿਰ ਮਤ ਸਾਫ਼ ਨਹੀਂ ਫਿਰ ਕੱਪੜੇ ਵੀ ਸਾਫ਼ ਦਾ ਕੋਈ ਫਾਇਦਾ ਨਹੀਂ, ਤੀਰਥਾਂ ਤੇ ਇਸ਼ਨਾਨ ਕਰਕੇ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਇੱਥੋਂ ਸਾਫ਼ ਨਾ ਹੋਇਆ। ਇਸ ਕਰਕੇ ਡੰਡੌਤ ਬੰਦਨਾ ਦੇ ਅਰਥ ਅਸੀਂ ਕੇਵਲ ਇੰਨਾ ਹੀ ਕਰਦੇ ਹਾਂ ਵੀ ਡੰਡੇ ਦੀ ਤਰ੍ਹਾਂ ਲੰਬਾ ਪੈ ਕੇ ਇਕੱਲਾ ਏਵਲ ਨਹੀਂ, ਡੰਡੇ ਦੀ ਤਰ੍ਹਾਂ ਆਪਣੇ ਮਨ ਨੂੰ ਵੀ ਸਿੱਧਾ ਕਰਕੇ। ਸੱਪ ਵੀ ਬੜੀਆਂ ਗੁੰਝਲਾਂ ਮਾਰਦਾ, ਪਰ ਜਦੋਂ ਖੱਡ 'ਚ ਵੜਨਾ ਹੁੰਦਾ ਉਹ ਸਿੱਧਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ਰ ਵਿੱਚ ਮਿਲਣਾਗੇ ਤੇ ਮਨ ਨੂੰ ਸਿੱਧਾ ਹੋਣਾ ਪੈਣਾ। ਉੱਥੇ ਕਰਮਕਾਂਡ ਪਖੰਡ ਨਹੀਂ ਚੱਲਣੇ ਉਹਦੇ ਦਰ ਤੇ। ਤਾਂ ਤੇ ਸਿੱਖਾ, ਜੇ ਉਹ ਸਰਬ ਕਲਾ ਸਮਰੱਥ ਦੇ ਅੱਗੇ ਬੇਨਤੀ ਕਰਨੀ ਹੈ ਤੇ ਸਿੱਧਾ ਹੋ ਕੇ ਕਰ। ਮਨ ਵਿੱਚ ਕੋਈ ਦਵੈਤ ਭਾਵਨਾ ਰੱਖ ਕੇ ਨਾ ਕਰ, ਕਿਉਂਕਿ ਉਹ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ
भले बुरे की पीर पछाणत, और तू बेनती करिया कर। डंडौत बंधन अनक बार, सारा दिन ही करिया कर, अनेकां बार। ਜਦੋਂ भी कुदरत दे विच तू कोई अचरज वस्तु वेखदा है तां कहा कर वाह, गुलाब दे फुੱਲ ਦਾ खिड़ना वाह, क्योंकि ਇਹਦੇ ਪਿੱਛੇ ਕਿਹੜੀ ਪਾਵਰ है, ਉਹ ਸਮਰੱਥ परमेश्वर। खुशबू ਦਾ पैदा करना तू देख के कहा कर वाह। पशुआं पंछियां दे, जल जंतु मच्छियां दे अनेका रूप देख के ਉਹਦੀ सिफत कर दिया कर वाह। ये भी झुकना ही है, कला कोडे होके झुकना ही, मत्था टेकना नहीं गा। ये भी अंदरों झुकना ही है जदों असी कुदरत नूं वेख के करते दी सिफत करते हैं। को सतनाम सी कुदरत करके वसिया सोए, वक्त विचारे सो बंदा होए। कुदरत है कीमत नहीं पाए, बंदा इस कुदरत की कीमत नूं नहीं जान सकिया। बंदे नूं छड्ड के सारी कुदरत उहदी सिफत करदी है। हिसाब ला लो, नेत नेत बंटण कहत, आ जंगल भी उहदी सिफत करदे आ, नित नवां कहंदे आ। हुण तुसीं कहोगे दरखत तां बोलदे नहीं, बोलदे आ। जदों इन्हां दे नित नवें टूसे निकलदे आ तां मानो ये कहंदे आ तूं तां नित नवां है। कहो सतनाम सी, नित नवें पत्ते निकलदे आ। इस करके उस परमेश्वर की सिफत करिए बिल्कुल सीधे होके, मन चो द्वैत भाव कढ़ के ही गुरु तो खुशियां ले सकते हैं। डड्डे अखर राही पातशाह जी कह रहे न, डंडौत बंधन अनक बार, सर्ब कला समरथ। ते नाल ये बेनती कर लिया करो, डोलन ते राखो प्रभु, ओही बचा सकता है। ਉਹਦੇ हथ विच ही ये पावर है। नानक देकर हथ, अपना हथ दे के किसी कमजोर आदमी नूं, बीमार आदमी नूं जिवें आपां संभालदे आ, ਉਹਨੂੰ फड़ के इसे तरह सिखा तेरा मन गुरु चरनां विच समर्पित हो जे। ते गुरु नूं रोज बेनती कर लिया कर, महाराज डोलीए ना, किरपा कर असी तेरे नाल जुड़े रहीए, संसार दे दुखां सुखां दे विच तू विसरे ना। पौड़ी अगे चल पई, पौड़ी। हुण पौड़ी दे विच पातशाह की कहंदे न, डड्डा डेरा ये नहीं। डेरा की हुंदा हैगा भला? माझे दे विच डेरा कहंदे आ, माल विच मकान कह दिंदे आ, खेतां दे विच घर पाया ਉਹਨੂੰ ਢਾਣੀ कह दिंदे आ। डेरा भाव जिन्हों बंदे ने पक्का समझिया होया। डेरा मतलब जिन्हों बंदे ने पक्का समझिया भी ये साडा डेरा है, क्योंकि ये माया का प्रभाव ही ऐसा है। मनुख अपने मकान बना के उन्होंने फिर कहने जी ये साडा डेरा है। पर बाबा जी कहने जिथे असी हुण बैठे हैं इत्थे पता नहीं किन्ने बह बह के तुर के, डेरा किसी का नहीं बनया। कहो सतनाम सी। डड्डा डेरा ए नहीं, जह डेरा तह जान। डेरा हुंदा जिथे पक्का रहना होवे। मुसलमान मुकाम कहंदे आ, असी मकान कह दिन्ने आ। तां मुकाम एक बार धन गुरु नानक देव जी मक्के वाल जदों जांदे आ तां काबे दे विच उन्हां दी इक मसीत आ, काबा कहंदे आ उहनूं। मक्का मदीना दो वड्डे शहर है ते मुसलमानां दे पूजिया स्थान दा नाम भी मक्का पै गया। जिवें अमृतसर शहर है ते दरबार साहब नूं भी असीं अमृतसर कहंदे हां, क्योंकि उत्थे अमृत दा सरोवर सी, उह तो शहर दा नाम भी अमृतसर पै गया। इसे तरह मक्का मदीना दो शहर है वड्डे अरबस्तान दे, तां ते उन्हां दा पूजिया स्थान भी मक्का है। ते उत्थे काबा है। कहंदे उस काबे दे विच जाके धन गुरु नानक देव जी उन्हां दे मसीत विच वड़ गए। ਜਿਹੜੇ ਉੱਥੇ ਮੁਲਾਣੇ ਬੈਠੇ ਸੀ, ਕਾਜੀ ਬੈਠੇ ਸੀ, ਪ੍ਰਬੰਧਕ ਬੈਠੇ ਸੀਗੇ ਮੁਸਲਮਾਨਾਂ ਦੇ,
ਉਹ ਕਹਿੰਦੇ ਵੀ ਤੂੰ ਕੌਣ ਹੈ, ਬਾਹਰ ਨਿਕਲ, ਇਹ ਸਾਡੀ ਮਸੀਤ ਆ, ਸਾਡਾ ਮੁਕਾਮ ਹੈ। ਮੁਕਾਮ ਜਿਵੇਂ ਆ ਦਰਬਾਰ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਦਰਬਾਰ ਸਾਹਿਬ, ਉਹ ਪੂਜਿਆ ਸਥਾਨ ਨੂੰ ਵੀ ਮੁਕਾਮ ਕਹਿੰਦੇ ਆ। ਉਹ ਕਹਿੰਦੇ ਸਾਡਾ ਮੁਕਾਮ ਹੈ ਇਹ। ਬਾਬਾ ਜੀ ਕਹਿੰਦੇ ਸੋਡਾ ਤੇ ਫੜ ਲਓ। ਫਿਰ ਜਦਾਈ ਹੋ ਗਈ, ਉਹ ਕਹਿੰਦੇ ਮਕਾਨ ਚੋਂ ਭਾਵ ਮਸੀਤ ਚੋਂ ਬਾਹਰ ਨਿਕਲੋ। ਬਾਬਾ ਜੀ ਕਹਿੰਦੇ ਨਹੀਂ, ਸਾਡਾ ਵੀ ਹੈ। ਉਹ ਕਹਿੰਦੇ ਸਾਡਾ ਹੈ। ਪਾਤਸ਼ਾਹ ਕਹਿੰਦੇ ਰੋਕ ਲਓ। ਫਿਰ ਰੋਕੀ ਦਾ ਤਾਂ ਕਹਿੰਦੇ ਪਾਤਸ਼ਾਹ ਜੀ ਉਸ ਮਸੀਤ ਦੇ ਕਮਰੇ ਦੇ ਉੱਪਰ ਚੜ੍ਹ ਗਏ। ਉੱਪਰ ਚੜ੍ਹੇ ਤੇ ਕਹਿੰਦੇ ਉਹ ਕਮਰਾ, ਉਹ ਮਸੀਤ ਇਉਂ ਤੁਰ ਪਈ ਜਿਵੇਂ ਕੋਈ ਗੱਡੀ ਤੋੜ ਲੈਂਦਾ ਵਿੱਚ ਬਹਿ ਕੇ। ਕਹੋ ਸਤਨਾਮ ਸ੍ਰੀ। ਤੇ ਉਹ ਜਿਹੜੇ ਅੰਦਰ ਬੈਠੇ ਸੀਗੇ ਕਾਜੀ ਹਾਜੀ ਹੋਰ ਮੁਸਲਮਾਨ, ਉਹਨਾਂ ਦੇ ਪ੍ਰਬੰਧਕ, ਉਹ ਝਾਕਦੇ ਰਹਿ ਗਏ ਵੀ ਇਹ ਕੀ ਹੋ ਗਿਆ। ਪਾਤਸ਼ਾਹ ਕਹਿੰਦੇ ਫੜ ਲਓ ਹੁਣ ਆਪਦੀ ਮਸੀਤ। ਭਾਵੇਂ ਮਕਾਨ ਕਿਸੇ ਦੇ ਪੱਕੇ ਨਹੀਂ, ਕਿਸੇ ਦੇ ਫੜੇ ਹੋਏ ਨਹੀਂ, ਇਹਨਾਂ ਨੂੰ ਸਭ ਨੇ ਛੱਡ ਕੇ ਚਲੇ ਜਾਣਾ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਣ, ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਜਿਹੜਾ ਉਹ ਡੇਰਾ ਜਿੱਥੇ ਪੱਕੇ ਰਹਿਣਾ, ਉਹਦੇ ਬਾਰੇ ਜਾਣਕਾਰੀ ਲੈ ਤੂੰ ਗੁਰੂ ਦੇ ਕੋਲੋਂ। ਗੁਰ ਕੈ ਸੰਜਮ, ਗੁਰੂ ਦੇ ਕੋਲੋਂ ਅਸਲੀ ਪੱਕਾ ਡੇਰਾ ਜਿਹੜਾ ਹੈ, ਜਿੱਥੇ ਹਮੇਸ਼ਾ ਰਹਿਣਾ ਹੈ, ਉਸ ਡੇਰੇ ਦਾ ਪਤਾ ਕਰੋ। ਜਿਨ੍ਹਾਂ ਨੇ ਉਸ ਡੇਰੇ ਦਾ, ਜਿਹਨੂੰ ਅਸੀਂ ਸੱਚਖੰਡ ਕਹਿੰਦੇ ਆ, ਮੁਸਲਮਾਨ ਦਰਗਾਹ ਕਹਿੰਦੇ ਆ, ਉਸ ਡੇਰੇ ਦਾ ਪਤਾ ਕਰੀਏ ਵੀ ਉਹ ਕਿੱਥੇ ਹੈ, ਜਿੱਥੇ ਹਮੇਸ਼ਾ ਪੱਕੇ ਰਹਿਣਾ। ਕਹਿੰਦੇ ਬਾਬਾ ਜੀ ਨੇ ਉਹ ਮਸੀਤ ਇਉਂ ਤੋੜ ਲਈ ਜਿਵੇਂ ਕੋਈ ਗੱਡੀ ਚਲਾ ਲੈਂਦਾ ਹੈ। ਫਿਰ ਝਾਕਦੇ ਰਹਿ ਗਏ। ਕਹਿੰਦੇ ਉਹ ਸਾਰੇ ਸ਼ਹਿਰ ਦੀ ਪਰਿਕਰਮਾ ਕਰਾਤੀ। ਸਾਰੇ ਸ਼ਹਿਰ ਦੇ ਲੋਕ ਹੈਰਾਨ ਹੋ ਗਏ ਵੀ ਕਮਰਾ ਕਿਵੇਂ ਤੁਰਿਆ ਜਾਂਦਾ ਹੈ। ਤੇ ਲਿਆ ਕੇ ਮੁੜ ਕੇ ਉੱਥੇ ਖੜਾਤਾ। ਉਹਨਾਂ ਵਾਸਤੇ ਕੋਈ ਹੱਥ ਕਥਨੀ ਨਹੀਂ। ਆਪਾਂ ਨੂੰ ਲੱਗਦਾ ਵੀ ਐਂ ਕਿਵੇਂ ਹੋ ਸਕਦਾ ਹੈ। ਜੇ ਨਾਮਦੇਵ ਵਾਸਤੇ, ਨਾਮਦੇਵ ਦੇ ਲਈ ਉਹ ਮੰਦਿਰ ਘੁੰਮ ਸਕਦਾ ਹੈ, ਤੇ ਫਿਰ ਇਹ ਵੀ ਹੋ ਸਕਦਾ ਹੈ। ਪਰਮੇਸ਼ਰ ਦੇ ਬੜੇ ਲੰਬੇ ਹੱਥ ਹੈ, ਉਹ ਕੁਝ ਵੀ ਕਰ ਸਕਦਾ ਹੈ। ਤਾਂ ਧਰਤੀ ਹਿਲਾ ਕੇ ਭੁਚਾਲ ਲਿਆ ਦਿੰਦਾ ਹੈ। ਕੀੜਾ ਥਾਪਦਾ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਕਰ ਦਿੰਦਾ ਹੈ। ਕਹੋ ਸਤਨਾਮ ਸ੍ਰੀ। ਤਾਂ ਇਸ ਕਰਕੇ ਇਹ ਸੰਸਾਰ ਰੂਪੀ ਡੇਰਾ ਪੱਕਾ ਨਹੀਂ ਹੈ, ਤਾਂ ਸਰਾਂ ਹੈ। ਇਹ ਸਰਾਂ ਦੇ ਵਿੱਚ ਕਈ ਆਏ ਤੇ ਕਈ ਚਲੇ ਗਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਆਓ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ, ਉਹਦੇ ਅੱਗੇ ਝੁਕੀਏ। ਉਹ ਬੜਾ ਮਹਾਨ ਹੈ, ਡੰਡਾਉਤ ਬੰਦਨਾ ਅਨਕ ਬਾਰ ਸਰਬ ਕਲਾ ਸਮਰੱਥ। ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਹਦੇ ਅੱਗੇ ਝੁਕੀਏ। ਤਾਂ ਤੇ ਡੋਲਣ ਤੇ ਰੱਖੋ ਪ੍ਰਭੂ, ਜਿਹੜਾ ਸਾਨੂੰ ਡੋਲਣ ਤੋਂ ਬਚਾ ਸਕਦਾ। ਜਿਵੇਂ ਘੁਮਿਆਰ ਘੜਾ ਬਣਾਉਂਦਾ ਹੈ, ਪਹਿਲਾਂ ਗਮਲਾ ਜਿਹਾ ਬਣਾਉਂਦਾ, ਫਿਰ ਉਹਨੂੰ ਵਧਾ ਕੇ ਉਹਨੂੰ ਘੜਾ ਤਿਆਰ ਕਰ ਦਿੰਦਾ ਹੈ। ਤੇ ਤੁਸੀਂ ਘੁਮਿਆਰ ਨੂੰ ਘੜਾ ਬਣਾਉਂਦੇ ਵੇਖਿਓ, ਬਾਹਰਲੇ ਪਾਸਿਓਂ ਬੜਾ ਪੁੱਟਦਾ ਹੈ ਉਹ ਥਾਪੇ ਨਾਲ ਮਿੱਟੀ ਨੂੰ, ਵਧਾਈ ਜਾਂਦਾ ਹੈ। ਪਰ ਦੂਜਾ ਹੱਥ ਗੁਪਤ ਉਹਦੇ ਅੰਦਰ ਹੁੰਦਾ ਘੜੇ ਦੇ, ਜਿਹੜਾ ਉਹਨੂੰ ਟੁੱਟਣ ਤੋਂ ਬਚਾਉਂਦਾ ਹੈ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹ ਗੁਪਤ ਪਰਮੇਸ਼ਰ ਸਾਨੂੰ ਸਾਡੇ ਨਾਲ ਹੈ, ਪਰ ਅਸੀਂ ਉਹਨੂੰ ਕਹਿ ਤਾਂ ਦਈਏ ਨਾ। ਬਿਨਾਂ ਮੰਗੇ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਪਰਮੇਸ਼ਰ ਨੂੰ ਕਹਿ ਦਿਆ ਕਰੋ ਮਹਾਰਾਜ ਡੋਲਣ ਤੋਂ ਬਚਾਇਓ, ਤਾਂ ਉਹ ਜ਼ਰੂਰ ਬਚਾਉਂਦਾ ਹੈ। ਸਮੇਂ ਸਮੇਂ ਤੇ ਸੰਭਾਲਦਾ ਸਿੱਖ ਨੂੰ, ਭਗਤ ਨੂੰ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਣ। ਸਿੱਖਾ ਤੇਰਾ ਇੱਥੇ ਪੱਕਾ ਟਿਕਾਣਾ ਨਹੀਂ ਹੈ। ਫਰੀਦਾ ਜਿਤ ਆਸਣ ਹਮ ਬੈਠੇ, ਕੀਤੇ ਬੈਸ ਗਏ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਨੇ ਹੋਏ ਤੈ ਪਾਛੈ ਹੋਏ ਲੱਦ ਗਏ। ਤੂੰ ਹਜੇ ਨਾ ਪਤੀਨੋ, ਤੈਨੂੰ ਹਜੇ ਪ੍ਰਤਿਆਵਾ ਨਹੀਂ ਆਇਆ, ਤਸੱਲੀ ਨਹੀਂ ਹੋਈ ਤੈਨੂੰ ਬਈ ਤੂੰ ਵੀ ਜਾਣਾ ਹੈ। ਬੜਾ ਖਚਤਾ ਹੈ। ਇਹ ਡੇਰੇ ਪੱਕੇ ਨਹੀਂ ਹੈ, ਇਹ ਘਰ ਪੱਕੇ ਨਹੀਂ ਹੈ, ਇਹ ਛੱਡ ਜਾਣਾ ਹੈ। ਘਰ ਛੱਡਨੇ ਰਹਿ ਨਾ ਕੋਈ,
किछ खाजै किछ धर जाइए, बहुत समान इकट्ठा किया है, पर मरन वेले जिहड़ा समान बड़ा सजा सजा के रखिया उत्थे पिया रह गया। को सतनाम सी। घर छड्डने रहे न कोई, किछ खाजै किछ धर जाइए, जे बहुत दुनिया आई है। कहते तुसी इन्ना समान इकट्ठा कर रहे हो, रख दो संभाल के, दोबारे आके वरत लियो। किसी ने दोबारे आके वरत्या वो समान। को सतनाम सी। किछ खाजै किछ धर जाइए, जे बहुत दुनिया आई है। सज काया पट हंडाए, शरीर ते श्रृंगार करके रेशमी कपड़े कीमती कपड़े पहनदा है। फरमाइश बहुत चलाए, बड़ा हुक्म चलाउंदा है। सज काया पट हंडाए, फरमाइश बहुत चलाए, बड़ा हुक्म चलाउंदा दुनिया ते। पर जिद्दे टाइम आ गया उदे सिकंदर वांगू फिर पता लगूगा। जिहड़ा सिकंदर कहंदा अच्छा ये मौत किसी नूं नहीं छड्डदी, कहन लग्या फिर ऐ करियो, जद मेरा संस्कार करने वास्ते जाओ तां किरपा करके तुसीं जिहड़ा है मेरे हथ बाहर कढ दिओ, ताकि दुनिया जिहड़ी है वो ये समझ लवे कि सिकंदर भी नाल कुछ नहीं लैके गया। सज काया पट हंडाए, फरमैश बहुत चलाए। संसार दे विच बंदा बड़ी फरमैश बड़े हुक्म चलाउंदा है संसार दे उत्ते, पर इत्थे रहना किसी ने नहीं। सेज सुखाली सोवै, और सेजा बड़ियां पोलियां बना बना के सौंदा है। करतार नूं याद नहीं करदा, ते एक दिन समा आउंदा है मौत दा, फिर बंदा उस समान दे विच सुੱਟ फसा लैंदा भी हाय मेरा समान। बस फिर उत्थे ही फस जांदा है। जिवें चूहा खड्ड ना मावे तिकल बन्नै छज, जिवें चूहा खड्ड विच वड़न दी चौन रखदा है, पर पूछ दे मगर चौड़ा छज बन्निया होवे ते किवें वड़ूगा। इवें सचखंड विच असीं किवें जाइए, क्योंकि साडी सुरत दे नाल तां घर बज्जिया होया पूरा। को सतनाम सी। साडी सुरत दे नाल घर जुड़िया होया, समान जुड़े है, धीआं पुत जुड़े है, रिश्तेदार साग संबंधी जुड़े है। ये किवें उस घर में जावे, इस घर नूं छड्ड के इत्थे फस गया, टेढ़ियां जूनां च पै गया। चूहा खड्ड न मावी तिकल बन्नै छज, जिहड़े लंमियां उमरां दे वर दिंदे है, देन दवाई से मरै जिनस को देन से जाए। जिहड़े कहंदे तेरी लंबी उम्र होवे, जुग जुग जीवे, वो भी मरनगे ते वो भी मरनगे। कहो सतनाम, बचना किसी ने नहीं। देन दवाई से मरै, दुआवां जिन्हें दिंदे आ वो भी मरनगे, जिन्हां नूं दिंदे आ वो भी मरनगे। जिन को देन से जाहे, सज काया पट हंडाए। घर घूमण वाणी भाई, ये घरां दा मोह जिहड़ा है बंदे नूं चक्कर च पाई रखदा है, भाव टेढ़ियां जूनां च। घर घूमण वाणी भाई, ये 84 लाख जून दे विच फसाउंदे आए घर। इस करके डड्डा डेरा ये नहीं, जह डेरा तै जान, जिथे हमेशा रहना है। तू उस घर दी क्यों नहीं गल करदा, उस दी जानकारी क्यों नहीं लैंदा। ये घरां दे मोह जिहड़े हन तैनूं दरिया की तरह घूमण घेरियां विच पाई रखदे आ। तू संसार चों निकल नहीं सकदा। पाप पत्थर तरन न जाई, ते बंदा इत्थे रहण वास्ते बड़े पाप करदा है, बड़ियां ठगियां मारदा है। ठगे दे पैसे नाल फिर टॉनिक खांदा, दवाइयां खांदा तकड़ा रहण वास्ते, पर मौत ने किसी नूं नहीं छड्डिया। को सतनाम सी। पाप पत्थर तरन जाई, ते जिहड़े पाप करदा मानो अपने सिर ते पत्थर पणदा जां गल दे विच पत्थर लमकाउंदा। कई साधु कहंदे सानू जल प्रवाह करियो,
ਤਾਂ ਉਹਨਾਂ ਨੂੰ ਜਲ ਪ੍ਰਵਾਹ ਕਰਨ ਵਾਸਤੇ ਜਦੋਂ ਲੈ ਕੇ ਜਾਂਦੇ ਆ ਬਕਸੇ 'ਚ ਪਾ ਕੇ, ਉਹ ਬਕਸੇ ਨਾਲ ਕਾਫੀ ਪੱਥਰ ਬੰਨ੍ਹ ਦਿੰਦੇ ਆ ਤਾਂ ਕਿ ਥੱਲੇ ਡੁੱਬ ਜਾਵੇ, ਬਾਹਰ ਨਾ ਆਵੇ ਸਰੀਰ। ਔਰ ਥੱਲੇ ਫਿਰ ਉਹਨੂੰ ਜਲ ਜੰਤੂ ਮੱਛੀਆਂ ਆਦਿ ਹੌਲੀ ਹੌਲੀ ਖਾ ਜਾਂਦੇ ਆ ਮਾਸ ਨੂੰ। ਤਾਂ ਇਸ ਤਰ੍ਹਾਂ ਬੰਦਾ ਵੀ ਆਪਣੇ ਸਰੀਰ ਦੇ ਨਾਲ ਪਾਪਾਂ ਦੇ ਪੱਥਰ ਬੰਨ੍ਹ ਕੇ ਸੰਸਾਰ ਦੇ ਵਿੱਚ ਡੁੱਬ ਜਾਂਦਾ ਹੈ। ਕਹੋ ਸਤਨਾਮ, ਟੇਢੀਆਂ ਜੂਨਾਂ ਵਿੱਚ ਪੈ ਜਾਂਦਾ। ਮਤਲਬ ਮਸਾ ਨਿਕਲਿਆ ਸੀ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੇ ਬਰੀਆ, ਚਿਰੰਕਾਲੇ ਦੇਸ਼ ਨਰੀਆ। ਬੜੇ ਲੰਮੇ ਸਮੇਂ ਦੇ ਬਾਅਦ ਬੰਦੇ ਨੂੰ ਇਹ ਸੁੰਦਰ ਸਰੀਰ ਬਣਾ ਕੇ ਦਿੱਤਾ ਗਿਆ। ਮਿਲ ਮਾਤ ਪਿਤਾ ਪਿੰਡ ਕਮਾਇਆ, ਮਾਤਾ ਪਿਤਾ ਦੇ ਰਾਹੀਂ ਪਿੰਡ ਭਾਵ ਸਰੀਰ ਪ੍ਰਾਪਤ ਹੋਇਆ। ਤਿੰਨ ਕਰਤਾ ਲੇਖ ਲਿਖਾਇਆ, ਕਰਤੇ ਨੇ ਇਹਦੇ ਭਾਗਾਂ ਦੇ ਵਿੱਚ ਜੋ ਇਹਨੂੰ ਮਿਲਣਾ ਸੀ ਉਹ ਲਿਖ ਦਿੱਤਾ। ਲੇਖਾ ਜੋਖਾ ਲਿਖ ਦਾਤ ਜੋਤ ਵਡਿਆਈ ਪਰਮਾਤਮਾ ਨੇ ਬਖਸ਼ਾਂ ਦੇਤੀਆਂ। ਸਿਫਤ ਸਲਾਹ ਕਰਨੀ ਸੀ ਮਨੁੱਖ ਨੇ, ਉਹ ਕਰਦਾ ਨਹੀਂ। ਮਿਲ ਮਾਇਆ ਸੁਰਤ ਗਵਾਈ, ਪਰਮੇਸ਼ਰ ਦੀ ਵਡਿਆਈ ਕਰਨ ਲਈ ਆਇਆ ਸੀਗਾ, ਸੰਸਾਰ ਦੀ ਮਾਇਆ ਵਿੱਚ ਵਿਆਹ ਕੇ ਭੁੱਲ ਗਿਆ, ਸੁਰਤ ਗਵਾਈ ਭੁੱਲ ਗਿਆ। ਮਿਲ ਮਾਇਆ ਸੁਰਤ ਗਵਾਈ, ਉੱਠ ਚੱਲਣਾ ਖਸਮੈ ਭਾਣਾ, ਇਹ ਡੇਰੇ ਇਹ ਘਰ ਇੱਕ ਦਿਨ ਛੱਡ ਜਾਣਾ ਹੈ। ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਪੈਣਾ ਹੈ। ਤਜ ਸਾਧ ਸਵਾਦਾਂ ਚੋਂ ਉੱਚਾ ਉੱਠ ਕੇ ਸਹਿਜ ਸੁਖ ਹੋਈ, ਸਹਿਜ ਅਵਸਥਾ ਵਿੱਚ ਵੀ ਜੁੜਿਆ ਕਰ। ਘਰ ਛੱਡਣੇ ਰਹੇ ਨਾ ਕੋਈ, ਵਰਨਾ ਇਹਨਾਂ ਘਰਾਂ ਨੂੰ ਕਿਸੇ ਨੇ ਨਹੀਂ ਸੰਭਾਲਣਾ, ਕਿਸੇ ਨੇ ਇਹਨਾਂ ਦੇ ਨਾਲ ਨਹੀਂ ਜਾਣਾ। ਪਤਾ ਨਹੀਂ ਕਿੰਨੀਆਂ ਬਿਲਡਿੰਗਾਂ ਜਿਨ੍ਹਾਂ ਦੇ ਮਾਲਕ ਚਲੇ ਗਏ, ਖਤਮ ਹੋ ਗਏ, ਜਿਨ੍ਹਾਂ ਦੀਆਂ ਕੁੱਲਾਂ ਖਤਮ ਹੋ ਗਈਆਂ, ਉਹ ਬਿਲਡਿੰਗਾਂ ਉਵੇਂ ਦੀਆਂ ਉਵੇਂ ਪਈਆਂ। ਪਤਾ ਨਹੀਂ ਕਿੰਨੀਆਂ ਬਿਲਡਿੰਗਾਂ ਖਾਲੀ ਪਈਆਂ, ਕਿੰਨੀਆਂ ਦੇ ਵਿੱਚ ਕਿਸੇ ਹੋਰ ਨੇ ਨਵੇਂ ਨੇ ਕਬਜ਼ਾ ਕਰ ਲਿਆ। ਇਸ ਕਰਕੇ ਘਰ ਛੱਡਣੇ ਰਹੇ ਨਾ ਕੋਈ, ਕਿਛ ਖਾਜੈ ਕਿਸ ਤਰ ਜਾਈਐ, ਜੇ ਬਹੁੜ ਦੁਨੀਆ ਆਈ ਹੈ। ਪਾਤਸ਼ਾਹ ਕਹਿੰਦੇ ਜੇ ਦੁਬਾਰੇ ਤੂੰ ਆ ਕੇ ਘਰ ਸੰਭਾਲ ਲੇਗਾ ਤਾਂ ਫਿਰ ਸਾਂਭ ਕੇ ਰੱਖ ਜਾ, ਜਿੰਦਾ ਲਾ ਜਾ, ਆ ਕੇ ਤੋੜ ਨਹੀਂ। ਪਰ ਇਹ ਹੋ ਨਹੀਂ ਸਕਦਾ। ਬਾਬਾ ਜੀ ਕਹਿੰਦੇ ਬੰਦਾ ਇਕੱਠਾ ਬਹੁਤ ਕਰਦਾ ਹੈ, ਸੰਸਾਰ ਤੋਂ ਖੋਹ ਲੈਂਦਾ, ਇਕੱਠਾ ਕਰ ਲੈਂਦਾ, ਨਾ ਆਪਦੇ ਕੰਮ ਨਾ ਦੁਨੀਆ ਦੇ ਕੰਮ ਦਾ ਰਹਿਣ ਦਿੰਦਾ। ਪਹਾੜੀ ਕੋ ਉਹ ਪਹਾੜਾ ਮਿਲਿਆ, ਅਵਰ ਭਇਆ ਬੇਰਾਨਾ। ਜਿੰਨਾ ਕੁ ਬੰਦਾ ਖਾ ਸਕਿਆ ਸਰੀਰ ਕਰਕੇ ਖਾ ਲਿਆ, ਬਾਕੀ ਸਾਰਾ ਕਿਸੇ ਹੋਰ ਦਾ ਹੋ ਗਿਆ, ਬੇਗਾਨਾ ਹੋ ਗਿਆ, ਇੱਥੇ ਹੀ ਰਹਿ ਗਿਆ। ਇਸ ਕਰਕੇ ਆਓ ਇਸ ਸੰਸਾਰ 'ਚ ਰਹਿੰਦੇ ਹੋਏ ਉਸ ਘਰ ਦਾ ਪਤਾ ਲਾਈਏ ਜਿੱਥੇ ਸਦਾ ਰਹਿਣਾ, ਉਸ ਪਤੀ ਦਾ ਪਤਾ ਕਰੀਏ ਜਿਸ ਪਤੀ ਦੇ ਕੋਲ ਹਮੇਸ਼ਾ ਰਹਿਣਾ, ਜਿਹੜਾ ਕਦੇ ਮਰਦਾ ਨਹੀਂ। ਵਰ ਪਾਇਆ ਅਬਿਨਾਸ਼ੀ ਜੀਓ, ਲਾਵਾਂ ਦੀ ਆਖਰੀ ਪੰਕਤੀ ਚੌਥੀ ਲਾਮ ਦੀ। ਵਰ ਪਾਇਆ ਅਬਿਨਾਸ਼ੀ ਜੀਓ, ਲੜਕੀ ਦਾ ਵਿਆਹ ਕਰਦੇ ਆ, ਲਾਵਾਂ ਦਾ ਪਾਠ ਕਰਦੇ ਆ, ਪਰ ਉਹ ਲੜਕੀ ਤੇ ਲੜਕਾ ਦੋਨੇ ਵੀ ਅਬਿਨਾਸ਼ੀ ਨਹੀਂ ਹੈ, ਉਹ ਵੀ ਮਰਨਗੇ, ਆਪਾਂ ਵੀ ਮਰਨਾ, ਸਭ ਨੇ। ਤਾਂ ਇੱਥੇ ਫਿਰ ਅਬਿਨਾਸ਼ੀ ਕਿਹਨੂੰ ਕਿਹਾ ਗਿਆ? ਪਰਮੇਸ਼ਰ ਨੂੰ। ਕਹਿੰਦੇ ਜਿਸ ਤਰ੍ਹਾਂ ਇਹ ਬੱਚੀ ਨੇ ਇੱਕ ਆਪਣਾ ਪਤੀ ਪ੍ਰਾਪਤ ਕਰ ਲਿਆ ਹੈ, ਅੱਜ ਨਾਨਕੇ ਦਾਦਕੇ ਚਾਚੇ ਮਾਮੇ ਤਾਏ ਚਾਚੇ ਭੂਆ ਆਦਿ ਕੋਈ ਸਦਾ ਨਹੀਂ ਰੱਖ ਸਕਦੇ ਕੁੜੀ ਨੂੰ ਆਪਣੇ ਘਰ, ਵਿਆਹੁਣੀ ਪੈਂਦੀ ਆ। ਹੁਣ ਉਸ ਨੂੰ ਇੱਕ ਪਤੀ ਪ੍ਰਾਪਤ ਹੋਇਆ, ਜਿਹੜਾ ਪਤੀ ਹਮੇਸ਼ਾ ਉਹਨੂੰ ਆਪਣੇ ਨਾਲ ਰੱਖੇਗਾ, ਆਪਣੇ ਘਰ ਰੱਖੇਗਾ। ਹੁਣ ਉਹ ਮਾਲਕ ਵਾਲੀ ਬਣ ਗਈ ਆ, ਘਰ ਵਾਲੀ ਬਣ ਗਈ ਆ ਮਾਲਕ ਦੇ। ਹੁਣ ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੇਰਾ ਇਹ ਘਰ ਨਹੀਂ। ਪਰ ਇਹ ਵੀ ਅਸਥਾਈ ਹੈ, ਇਹ ਵੀ ਛੱਡਣੇ ਪੈਣਗੇ। ਤਾਂ ਤੇ ਚੌਥੀ ਲਾਮ ਦੀ ਆਖਰੀ ਪੰਕਤੀ ਵਿੱਚ ਪਾਤਸ਼ਾਹ ਨੇ ਨਾਲ ਬ੍ਰਹਮ ਗਿਆਨ ਵੀ ਦੇ ਦਿੱਤਾ ਹੈ, ਵਰ ਪਾਇਆ ਅਬਿਨਾਸ਼ੀ ਜੀਓ। ਇਸੇ ਤਰ੍ਹਾਂ ਹੀ ਇਹ ਜੀਵਾਤਮਾ ਅਬਿਨਾਸ਼ੀ ਪਤੀ ਨੂੰ ਪ੍ਰਾਪਤ ਕਰੇ, ਜਿੱਥੇ ਸਦਾ ਹੀ ਰਹਿਣਾ, ਜਿੱਥੋਂ ਕਦੇ ਨਿਕਲਣਾ ਨਹੀਂ ਪੈਣਾ। ਕੋ ਸਤਨਾਮ ਸੀ ਡੱਡਾ ਡੇਰਾ ਇਹ ਨਹੀਂ, ਤੇਰਾ ਇੱਥੇ ਪੱਕਾ ਟਿਕਾਣਾ ਨਹੀਂ ਹੈਗਾ। ਜਹ ਡੇਰਾ ਤੈ ਜਾਣ
ਉਹ ਆ ਡੇਰਾ ਕਾ ਸੰਜਮੋ। ਉਸ ਘਰ ਵਿੱਚ, ਉਸ ਡੇਰੇ ਵਿੱਚ ਕਿਵੇਂ ਰਹਿਣਾ? ਸੱਚਖੰਡ ਵਸੇ ਨਿਰੰਕਾਰ ਜਿਸ ਨੂੰ ਕਿਹਾ ਗਿਆ। ਕਿਵੇਂ ਰਹਿਣਾ? ਗੁਰ ਕੈ ਸ਼ਬਦ ਪਛਾਣ, ਇਹ ਤੂੰ ਗੁਰੂ ਨੂੰ ਪੁੱਛ। ਇਹ ਆ ਡੇਰਾ ਕਉ ਸ਼ਰਮ ਕਰ ਘਾਲੈ। ਇੱਥੋਂ ਵਾਲੇ ਘਰਾਂ ਵਾਸਤੇ ਬੜੀ ਮਿਹਨਤ ਕਰਦਾ। ਪਹਿਲਾਂ ਪਲਾਟ ਲੈਂਦਾ, ਫੂਹੀ ਫੂਹੀ ਜੋੜ ਕੇ, ਪੈਸਾ ਜੋੜ ਕੇ, ਪੈਸੇ ਇਕੱਠੇ ਕਰਕੇ ਜ਼ਮੀਨ ਪ੍ਰਾਪਤ ਕਰਦਾ। ਫਿਰ ਉਹ ਜ਼ਮੀਨ ਦੇ ਉੱਤੇ ਡੂੰਘੀਆਂ ਨਿਉਆਂ ਧਰ ਕੇ ਉੱਚੀਆਂ ਬਿਲਡਿੰਗਾਂ ਘਰ ਪਾ ਲੈਂਦਾ। ਫਿਰ ਬੜਾ ਫੁੱਲਿਆ ਨਹੀਂ ਸਮਾਉਂਦਾ, ਆਪਣੀ ਕੋਠੀ ਹੈ ਜੀ। ਪਹਿਲਾਂ ਤੁਹਾਡਾ ਬੁੜਾ ਵੀ ਕਹਿੰਦਾ ਸੀ ਇਹ ਸਾਡੀ ਕੋਠੀ ਹੈ, ਹੁਣ ਉਹ ਕਿੱਧਰ ਗਿਆ? ਕਹੋ ਸਤਨਾਮ ਸੀ। ਪਹਿਲਾਂ ਉਹ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਵੀ ਕਹਿੰਦੇ ਸੀ ਕਿ ਇਹ ਸਾਡਾ ਥਾਂ ਹੈ। ਔਰ ਥਾਂ ਪਿੱਛੇ ਕਤਲ ਹੋ ਜਾਂਦੇ ਆ, ਬੰਦਾ ਬੰਦਿਆਂ ਨੂੰ ਮਾਰ ਦਿੰਦਾ, ਥਾਂ ਉੱਥੇ ਪਏ ਰਹਿ ਜਾਂਦੇ ਆ। ਇਸ ਸਰਾਂ ਦਾ ਸਮਾਨ ਵਰਤਣ ਵਾਸਤੇ ਹੀ ਆ। ਜਿਵੇਂ ਆਪਾਂ ਗੁਰੂ ਘਰ ਆਉਣੇ ਆ, ਭਾਂਡੇ ਰੱਖੇ ਆ, ਇਹ ਪ੍ਰਸ਼ਾਦਾ ਛਕਣ ਵਾਸਤੇ ਆ, ਕਿਸੇ ਦੇ ਨਾਲ ਨਹੀਂ ਜਾਂਦੇ। ਕਹੋ ਸਤਨਾਮ ਸਿੰਘ। ਇਸੇ ਤਰ੍ਹਾਂ ਇਹ ਸ੍ਰਿਸ਼ਟੀ ਇੱਕ ਸਰਾਂ ਹੈ। ਅਸੀਂ ਇਹ ਸਰਾਂ ਦੇ ਵਿੱਚ ਕੁਝ ਸਮੇਂ ਲਈ ਰੁਕੇ ਆ, ਇੱਕ ਪੜਾਅ ਕੀਤਾ, ਚੱਲਦੇ ਚੱਲਦੇ ਯਾਤਰੀਆਂ ਦੀ ਤਰ੍ਹਾਂ। ਵੰਜ ਕਰੋ ਵਣਜਾਰਿਓ, ਵੱਖਰ ਲਹੋ ਸੰਭਾਲ, ਅਸੀਂ ਵਪਾਰੀ ਹਾਂ। ਟੇਢੀਆਂ ਜੂਨਾਂ ਚੋਂ ਚੱਲਦੇ ਚੱਲਦੇ ਆ ਵਧੀਆ ਜੂਨ ਮਿਲੀ ਹੈ ਇੱਕ। ਇਹਦੇ ਰਾਹੀਂ ਆਪਾਂ ਆਪਣੇ ਅਸਲੀ ਘਰੇ ਜਾਣਾ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਉਹਦੀ ਭਾਲ ਕਰਨੀ ਹੈ, ਖੋਜ ਕਰਨੀ ਹੈ। ਇੱਥੇ ਦੱਸਣ ਵਾਲਾ ਗੁਰੂ ਮਿਲਦਾ ਹੈ। ਗੁਰੂ ਨੂੰ ਪੁੱਛਣਾ ਕਿ ਸਾਡਾ ਅਸਲੀ ਘਰ ਕਿਹੜਾ ਜੀ। ਸਾਨੂੰ ਲਾਗੀ ਚਾਹੁੰਦੀ ਇਨ ਮਾਇਆ ਸੁਰਤ ਗਵਾਈ। ਇਸ ਮਾਇਆ ਨੇ ਸਾਡੀ ਸੁਰਤ ਗਵਾ ਦਿੱਤੀ ਆ। ਘਰ ਘੁੰਮਣ ਵਾਲੀ ਭਾਈ, ਪਾਪ ਪੱਥਰ ਤਰ ਨ ਜਾਈ। ਭਉ ਬੇੜਾ ਜੀਓ ਚੜਾਊ। ਬੇੜਾ ਕਿਸ਼ਤੀ, ਭਉ ਡਰ। ਆਓ ਆਪਣੇ ਆਪ ਨੂੰ ਗੁਰੂ ਦੇ ਡਰ ਦੇ ਬੇੜੇ ਤੇ ਚੜਾਈਏ, ਭਾਵ ਡਰੀਏ। ਮਾੜੇ ਕੰਮ ਕਰਨ ਤੋਂ ਬਚੀਏ। ਡਰ ਕੇ ਬਚਿਆ ਜਾ ਸਕਦਾ ਨਾ। ਸੱਪ ਤੋਂ ਬਚਣ ਵਾਸਤੇ ਡਰਦਾ ਹੀ ਆ ਬੰਦਾ, ਡਰ ਕੇ ਪਰੇ ਭੱਜ ਜਾਂਦਾ। ਸ਼ੇਰ ਆ ਗਿਆ, ਡਰ ਕੇ ਪਰੇ ਭੱਜ ਗਿਆ। ਇਸੇ ਤਰ੍ਹਾਂ ਮੌਤ ਤੋਂ ਡਰਾਂਗੇ ਤੇ ਭੱਜ ਕੇ ਹਰੀ ਦੀ ਸ਼ਰਨ ਲੈ ਲਵਾਂਗੇ। ਕਹੋ ਸਤਨਾਮ ਸਿੰਘ। ਮੌਤ ਤੋਂ ਬਚਣ ਲਈ ਮੌਤ ਦਾ ਡਰ ਹੈ ਤਾਂ ਪਰਮੇਸ਼ਰ ਜਿਹੜਾ ਕਦੇ ਮਰਦਾ ਨਹੀਂ, ਆਪਾਂ ਉਹਦੀ ਸ਼ਰਨ ਵਿੱਚ ਚੱਲੀਏ। ਪਰ ਬੰਦਾ ਉਸ ਨੂੰ ਤਿਆਗ ਕੇ ਬੰਦਿਆਂ ਦੀ ਸ਼ਰਨ ਵਿੱਚ ਜਾਂਦਾ ਹੈ। ਜਗ ਜੀਵਨ ਪੁਰਖ ਤਿਆਗ ਕੇ, ਜੀਵਨ ਦੇਣ ਵਾਲੇ ਨੂੰ ਛੱਡ ਕੇ ਮਰਨ ਵਾਲਿਆਂ ਕੋਲੇ ਭੱਜਦਾ, ਮੈਨੂੰ ਬਚਾਓ। ਧਿਆਨ ਦਿਓ ਮਾੜਾ ਜਿਹਾ। ਜਗ ਜੀਵਨ ਪੁਰਖ ਤਿਆਗ ਕੇ ਮਾਨ ਸੰਧੀ ਆਸ। ਜਿਸ ਤਰ੍ਹਾਂ ਉਦਾਹਰਨ ਹੈ ਇੱਕ ਭਾਈ ਨੰਦ ਲਾਲ ਜੀ ਗੋਇਆ ਜੀ ਦੀ। ਜਦੋਂ ਔਰੰਗਜ਼ੇਬ ਨੇ ਕੁਰਾਨ ਦਾ ਇੱਕ ਸ਼ਬਦ, ਜਿਹਨੂੰ ਉਹ ਕਲਮਾ ਕਹਿੰਦੇ ਆ, ਆਇਤ ਕਹਿੰਦੇ ਆ, ਉਹ ਬਹਾਦਰ ਸ਼ਾਹ ਕੋਲ ਭੇਜਿਆ ਵੀ ਇਹਦੇ ਅਰਥ ਕਰਕੇ ਦਿਓ। ਕਈ ਸਿਆਣਿਆਂ ਤੋਂ ਅਰਥ ਕਰਾਏ, ਕਾਜ਼ੀਆਂ ਮੁਲਾਣਿਆਂ ਤੋਂ, ਪਰ ਔਰੰਗਜ਼ੇਬ ਕਹਿੰਦਾ ਵਧੀਆ ਨਹੀਂ ਹੋਏ। ਫਿਰ ਉਸ ਦਾ ਇੱਕ ਮੁਨੀਮ ਹੈ ਭਾਈ ਨੰਦ ਲਾਲ ਜੀ, ਬਹੁਤ ਪੜ੍ਹਿਆ ਲਿਖਿਆ, ਅਰਬੀ ਫਾਰਸੀ ਦਾ ਬਖਤਾ, ਕਹਿੰਦਾ ਵਿਖਾ ਤਾਂ ਕੀ ਲਿਖਿਆ। ਉਹਨਾਂ ਨੇ ਅਰਥ ਕਰਕੇ ਲਿਖ ਕੇ ਦੇ ਤੇ ਔਰੰਗਜ਼ੇਬ ਨੂੰ ਪਸੰਦ ਆਏ। ਪੁੱਛਦਾ ਇਹ ਕਿਹਨੇ ਕੀਤੇ ਆ? ਕਹਿੰਦਾ ਮੇਰੇ ਮੁਨੀਮ ਨੇ। ਕੌਣ ਹੈ ਉਹ ਜੀ ਨੰਦ ਲਾਲ ਗੋਇਆ। ਇਹ ਨੰਦ ਲਾਲ ਕੌਣ ਹੈ? ਇਹ ਤਾਂ ਹਿੰਦੂ ਹੋਣਾ ਹੈ। ਹਾਂ ਜੀ ਹਿੰਦੂ ਹੈ। ਇਹਨੂੰ ਹੁਣੇ ਮੁਸਲਮਾਨ ਬਣਾਓ। ਕੋ ਸਤਨਾਮ ਸਿੰਘ। ਔਰੰਗਜ਼ੇਬ ਕਹਿੰਦਾ ਅਤਵਸ ਵੀ ਅੱਜ ਦੇ ਰਾਜਿਆਂ ਵਰਗਾ ਹੀ ਉਹ ਰਾਜਾ ਸੀਗਾ। ਅੱਜ ਵਾਲੇ ਵੀ ਕਹਿੰਦੇ ਆ ਸਾਰਾ ਹੀ ਭਗਮਾ ਹੀ ਕਰਨਾ ਹੈ, ਇਹ ਰੰਗ ਬਰੰਗਾ ਖਤਮ ਕਰ ਦੇਣਾ। ਕਹੋ ਸਤਨਾਮ ਸਿੰਘ। ਉਹ ਰੱਬ ਨੇ ਰੰਗ ਬਰੰਗਾ ਬਣਾਇਆ ਤੇ ਬੰਦਾ ਕੌਣ ਹੈ ਇਹਨੂੰ ਖਤਮ ਕਰਨ ਵਾਲਾ? ਇੱਕ ਰੰਗ ਦਾ ਕੌਣ ਕਰ ਸਕਦਾ? ਰੱਬ ਨੇ ਰੰਗੀ ਭਾਂਤੀ ਕਰ ਜਿਨਸੀ ਮਾਇਆ ਜਿਹੜਿਓ ਪਾਈ ਹੈ। ਇਹਨੂੰ ਹੁਣੇ ਮੁਸਲਮਾਨ ਬਣਾ। ਜੇ ਨਹੀਂ ਬਣਦਾ ਤਾਂ ਮਾਰ ਦੇ। ਹਿੰਦੂਆਂ ਵਿੱਚ ਇਹੋ ਜਿਹਾ ਬੰਦਾ ਨਹੀਂ ਹੋਣਾ ਚਾਹੀਦਾ। ਆ ਸਿੱਖਾਂ ਦੇ ਵਿੱਚ ਵੀ ਸਾਡੇ ਚੜ੍ਹਦੀ ਕਲਾ ਦੇ ਨੌਜਵਾਨ ਮੂਸੇ ਵਰਗੇ
ਨਿਜਰ ਵਰਗੇ ਤੇ ਹੋਰ ਨੌਜਵਾਨ ਜੋ ਚੜ੍ਹਦੀ ਕਲਾ ਦੇ ਸੱਚ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਇਸੇ ਕਰਕੇ ਮਾਰਿਆ ਜਾਂਦਾ ਹੈ। ਬਈ ਇਹਨਾਂ ਸਿੱਖਾਂ ਦੇ ਵਿੱਚ ਕੋਈ ਚੜ੍ਹਦੀ ਕਲਾ ਦੇ ਜਵਾਨ ਨਹੀਂ ਰਹਿਣੇ ਚਾਹੀਦੇ। ਕਹੋ ਸਤਨਾਮ ਸ੍ਰੀ। ਕਿਸੇ ਨਸ਼ਿਆਂ ਤੇ ਲਾਤਾ, ਕਿਸੇ ਨੂੰ ਲੱਚਰਤਾ ਵਿੱਚ ਪਾਤਾ, ਕਿਸੇ ਨੂੰ ਵਿਸ਼ੇ ਵਿਕਾਰਾਂ 'ਚ ਪਾਤਾ। ਸੱਚ ਦੇ ਨਾਲੋਂ ਤੋੜਨ ਲਈ ਸਾਰਾ ਕੰਮ ਕੀਤਾ ਜਾਂਦਾ ਹੈ। ਔਰੰਗਜ਼ੇਬ ਕਹਿੰਦਾ ਜਾਂ ਇਹਨੂੰ ਮੁਸਲਮਾਨ ਬਣਾ ਲੈ ਤੇ ਜਾਂ ਹੁਣੇ ਮਾਰ ਦੇ। ਹੁਣ ਇਹ ਬਚਪਨ ਦੇ ਮਿੱਤਰ ਸੀਗੇ ਦੋਨੇ, ਨੰਦ ਲਾਲ ਤੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਬਹਾਦਰ ਸ਼ਾਹ ਕਹਿੰਦਾ ਮਿੱਤਰਾ ਤੇਰੇ ਅਰਥ ਤਾਂ ਪਸੰਦ ਆਏ ਆ, ਪਰ ਮੇਰਾ ਬਾਪੂ ਕਹਿੰਦਾ ਵੀ ਨੰਦ ਲਾਲ ਨੂੰ ਮੁਸਲਮਾਨ ਬਣਾਓ। ਬਣ ਜਾਏਗਾ? ਕਹਿੰਦਾ ਨਾ ਨਾ, ਮੈਂ ਆਪਣੇ ਧਰਮ ਨੂੰ ਨਹੀਂ ਛੱਡਣਾ। ਕਹਿੰਦਾ ਫਿਰ ਅਗਲਾ ਹੁਕਮ ਹੈ ਇਹਨੂੰ ਮਾਰ ਦਿਓ ਜੇ ਨਹੀਂ ਮੰਨਦਾ। ਨੰਦ ਲਾਲ ਕਹਿੰਦਾ ਵੇਖ ਲਾ। ਬਹਾਦਰ ਸ਼ਾਹ ਕਹਿੰਦਾ ਪਰ ਮੈਂ ਮਾਰਦਾ ਨਹੀਂ, ਤੂੰ ਮੇਰਾ ਬਚਪਨ ਦਾ ਮਿੱਤਰ ਆ, ਮੈਂ ਨਹੀਂ ਤੈਨੂੰ ਮਾਰਦਾ, ਤੂੰ ਮੇਰੇ ਕੋਲੋਂ ਚਲਿਆ ਜਾ, ਜਿੱਥੇ ਜਾ ਕੇ ਆਪਦੀ ਜਾਨ ਬਚਦੀ ਹੈ ਬਚਾ ਲੈ। ਕਹੋ ਸਤਨਾਮ ਸ੍ਰੀ। ਬਸ ਮੈਂ ਤੇਰੇ ਤੇ ਇੰਨਾ ਉਪਕਾਰ ਕਰ ਸਕਦਾ ਮਿੱਤਰਤਾ ਕਰਕੇ ਵੀ ਤੈਨੂੰ ਇੱਥੋਂ ਭਜਾ ਸਕਦਾ, ਵਗ ਜਾ ਤੂੰ ਇੱਥੋਂ। ਹੁਣ ਤੇਰੇ ਤੇ ਮੇਰੇ ਪਿਓ ਦੀ ਕਹਿਰੀ ਅੱਖ ਆ ਗਈ ਆ। ਉਹਨੇ ਘੋੜਾ ਦਿੱਤਾ ਤੇ ਇੱਕ ਹੋਰ ਉਹਦਾ ਮਿੱਤਰ ਸੀ ਕੋਈ ਵਿੱਚ ਮੁਲਾਜ਼ਮ ਕੰਮ ਕਰਦਾ, ਉਹਨੂੰ ਨਾਲ ਲੈ ਲਿਆ, ਦੋਨੇ ਚੱਲ ਪਏ। ਕਹੋ ਸਤਨਾਮ ਸ੍ਰੀ। ਹੁਣ ਤੁਰੇ ਜਾਂਦੇ ਆ, ਰਾਹ 'ਚ ਗੱਲਾਂ ਕਰਦੇ ਵੀ ਕਿੱਥੇ ਜਾ ਕੇ ਜਾਨ ਬਚਾਵਾਂਗੇ। ਔਰੰਗਜ਼ੇਬ ਦਾ ਰਾਜ ਤਾਂ ਸਾਰੇ ਦੇਸ਼ 'ਚ ਹੈ। ਇਹਨੇ ਹੁਕਮ ਦੇ ਦੇਣਾ ਵੀ ਨੰਦ ਲਾਲ ਭਗੌੜਾ ਹੋਇਆ, ਉਹਨੂੰ ਫੜੋ, ਜਿੱਥੇ ਮਿਲਦਾ ਫੜ ਲਓ। ਉਹਦਾ ਸਾਥੀ ਕਹਿੰਦਾ ਵੀ ਇੱਕ ਥਾਂ ਹੈ ਜਿੱਥੇ ਬਚ ਸਕਦੇ ਆ। ਕਹਿੰਦੇ ਵੀ ਉਹ ਕਿਹੜਾ ਥਾਂ ਹੈ? ਕਹਿੰਦੇ ਉਹ ਹੈ ਗੁਰੂ ਨਾਨਕ ਦਾ ਘਰ। ਕਹੋ ਸਤਨਾਮ ਸ੍ਰੀ। ਕਿਉਂਕਿ ਇਸ ਦੇ ਬਰਾਬਰ ਦੀ ਬਲਕਿ ਇਸ ਤੋਂ ਵੱਡੀ ਤਾਕਤ ਹੈ। ਜਿਵੇਂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਂ ਨਾਲ ਲੜਾਈਆਂ ਕਰਕੇ 4 ਜੰਗੇ ਜਿੱਤੀਆਂ, 4 ਕੀਤੀਆਂ, 4 ਹੀ ਜਿੱਤੀਆਂ। ਉਹ ਸਾਥੀ ਜਾਣਦਾ ਸੀ ਇਸ ਵਿਸ਼ੇ ਨੂੰ। ਉਹ ਕਹਿੰਦਾ ਵੀ ਗੁਰੂ ਨਾਨਕ ਦੇ ਘਰ ਜਾਈਏ ਤੇ ਉੱਥੇ ਆਪਣੀ ਜਾਨ ਬਚ ਸਕਦੀ ਹੈ। ਤਾਂ ਇੱਥੇ ਵੀ ਉਹੀ ਗੱਲ ਕਰ ਰਹੇ ਸੀ ਆਪਾਂ ਵੀ ਅਸੀਂ ਉਸ ਗੁਰੂ ਦੀ ਸ਼ਰਨ ਲੈ ਲਈਏ ਜਿੱਥੇ ਸਾਨੂੰ ਵਾਰ-ਵਾਰ ਮੌਤ ਨਹੀਂ ਪੈਂਦੀ। ਕਹੋ ਸਤਨਾਮ ਸ੍ਰੀ। ਤੇ ਭਾਈ ਨੰਦ ਲਾਲ ਜੀ ਗੋਇਆ ਆਪਣੇ ਉਸ ਮਿੱਤਰ ਦੇ ਨਾਲ ਸਿੱਧਾ ਫਿਰ ਲੱਭਦਾ ਸ਼੍ਰੀ ਅਨੰਦਪੁਰ ਸਾਹਿਬ ਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ 'ਚ। ਕਹੋ ਸਤਨਾਮ ਸ੍ਰੀ। ਬਾਹਰ ਹੀ ਕਿਤੇ ਟਿਕਾਣਾ ਕੀਤਾ ਹੈ। ਮਿਲਣ ਤੋਂ ਪਹਿਲਾਂ ਮਿਲਣ ਦੀ ਆਗਿਆ ਮੰਗਦਾ ਕਿ ਚਿੱਠੀ ਭੇਜ ਕੇ। ਚਿੱਠੀ ਵਿੱਚ ਕਵਿਤਾ ਲਿਖਦਾ ਕੋਈ, ਉਹ ਮੇਰੇ ਹੁਣ ਯਾਦ ਨਹੀਂ, ਗੁਰੂ ਕਿਰਪਾ ਕਰਨ ਕਰੇ ਫਿਰ ਸਾਂਝੀ ਕਰਾਂਗੇ। ਉਹ ਕਵਿਤਾ ਲਿਖਦਾ ਤੇ ਗੁਰੂ ਸਾਹਿਬ ਵੀ ਅੱਗੋਂ ਕਵਿਤਾ ਦਾ ਜਵਾਬ ਕਵਿਤਾ 'ਚ ਹੀ ਭੇਜਦੇ ਆ। ਨੰਦ ਲਾਲ ਹੈਰਾਨ ਹੁੰਦਾ ਵੀ ਯਾਰ ਇਹ ਗੁਰੂ ਤਾਂ ਕਵੀ ਵੀ ਹੈ, ਕਮਾਲ ਦੀ ਗੱਲ ਹੈ, ਸੋਹਣਾ ਜਵਾਬ ਦਿੱਤਾ ਹੈ। ਆਗਿਆ ਲੈ ਕੇ ਪਾਤਸ਼ਾਹ ਨੂੰ ਮਿਲਦਾ ਹੈ, ਸਾਰੀ ਕਹਾਣੀ ਦੱਸਦਾ ਹੈ। ਪਾਤਸ਼ਾਹ ਕਹਿੰਦੇ ਫਿਕਰ ਨਾ ਕਰ, ਤੈਨੂੰ ਹੁਣ ਕੋਈ ਹੱਥ ਨਹੀਂ ਲਾ ਸਕਦਾ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਦਾ। ਤੇ ਉਹ ਨੰਦ ਲਾਲ ਜੀ ਫਿਰ ਪਾਤਸ਼ਾਹ ਦੀ ਸ਼ਰਨ 'ਚ ਰਹੇ। ਬਹੁਤ ਵਧੀਆ ਕਵੀ ਹੈ। ਹੁਣ ਗੁਰੂ ਸਾਹਿਬ ਦੀ ਸਿਫਤ ਦੇ ਵਿੱਚ ਉਹਨਾਂ ਨੇ ਗਜ਼ਲਾਂ ਲਿਖੀਆਂ। ਕਿਤਾਬ ਹੈ ਭਾਈ ਨੰਦ ਲਾਲ ਜੀ ਗੋਇਆ ਦੀ ਗਜ਼ਲਾਂ ਤੇ ਰੁਬਾਈਆਂ ਤੇ ਹੋਰ ਕਈ ਤਰ੍ਹਾਂ ਦੇ ਬਚਨ ਲਿਖੇ ਹੈ ਕਵਿਤਾ ਦੇ ਵਿੱਚ, ਜਿਹਦੀ ਪਹਿਲੀ ਇੱਕ ਗਜ਼ਲ ਹੈ, ਭਗਤੀ ਤਾਂਗ ਪੀਆ ਦੀ ਲੱਗੀ, ਤਨ ਖਾਕੀ ਵਿੱਚ ਆਏ ਵਾਹ, ਨਹੀਂ ਤਾਂ ਚਾਹ ਆਵਣ ਦਾ ਕੀ ਸੀ, ਜਿਸ ਪਿੱਛੇ ਉੱਠ ਧਾਏ ਵਾਹ। ओहा उमर चंगेरी जेड़ी अंदर याद बिहा जाए, नीले इस आकाशों नहीं ता की कुछ लाभ उठाए वह। लिखी फारसी च है, ये ओदी पंजाबी कीती हुई है। खैर नंद लाल जी फिर गुरु की शरण च आ गए जिथे औरंगजेब मार नहीं सकिया। एक दिन नंद लाल बेनती करदा, महाराज मैं इन्नी जिंदगी एवें खराब करती, मुसलमाना की नौकरी करते हैं, मैं पहला क्यों ना सोडे कोले आया। उत्थे गुरु साहब जी प्यार नाल धीरज दिंदे, थापड़ा दे के कहने कोई ना नंद लाल, आगे समझ चलो नंद लाला, पाछा जो बीती सो बीती, बीती दा क्या फिक्र करना, हुण अगली साम लै। इस करके आओ आपां भी रहिंदी सांभीए, ये डेरे पक्के नहीं है,
डड्डा डेरा ए नहीं जह डेरा तै जान, ओआ डेरा का संजमो गुर कै शब्द पछाण, इहा डेरा को शर्म कर घालै। इथों वाले मकानां नूं बड़ी मेहनत नाल बनाउंदा है, तैयार करदा, पता नहीं इत्थे सदा रहना है। पर पातशाह जी कहंदे जाका तसू नहीं संग चालै, तसू इन्ना एक पैसा, तसू एक घाह दा किनका, तसू एक छोटी जी चीज भी इथों नाल नहीं लिजा सकदा। तू को सतनाम सिंह, जिसदा भोरा भी कोई वस्तु नाल नहीं जाती। जाका तसू नहीं संग चालै, ओआ डेरा की सो मित जानै। ओह डेरा भाव सचखंड परमेश्वर दा घर, उस दी कीमत नूं सारे नहीं समझदे। लगभग 90% ਤਾਂ ਕਹਿੰਦੇ ਆ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ। ਐਸ਼ ਕਰੋ, ਜਿੰਨੀ ਜ਼ਿੰਦਗੀ ਮਿਲੀ ਹੈ ਸਵਾਦਾਂ ਨੂੰ ਮਾਣੋ, ਰਸਾਂ ਕਸਾਂ ਨੂੰ ਭੋਗੋ। ਪਰ ਬਿਰਲਿਆਂ ਨੂੰ ਸਮਝ ਆਉਂਦੀ ਹੈ ਉਹ ਡੇਰਾ ਕੀ ਸੋ ਮਿਤ ਜਾਣੈ, ਉਹਦੀ ਕੀਮਤ ਉਹੀ ਸਮਝਦਾ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ, ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। उस भगवान दी परमेश्वर दी कृपा हुंदी है, ओह ही उस घर नूं समझदे है। ਉਹ घर दुनिया विच भी है ते दरगाह विच भी है। दुनिया विच कित्थे ਉਹ घर भला। डेहरा ने चल सच साध संग पाया, आ साध संग ये कदे खत्म नहीं होवेगी। को सतनाम सी गुरु नानक दा घर जिथे सत दी संगत हुंदी है, सच नाल जुड़दे आ, ये कदे खत्म नहीं होणगे, सदा चलदे रहणगे। बादशाह अकबर कहंदा ना, खुशी विच आके गुरु अमरदास जी नूं महाराज लंगर ते किन्ना खर्चा आउंदा है। क्यों महाराज जिन्ना खर्चा आउंदा मैनूं दसो, मैं अपने खजाने चों भेजिया करांगा। पातशाह कहंदे रहण दे कोई राजा लंगर नहीं चला सकता है। कहो सतनाम सिंह, क्यों तू चला देगा तो तेरा पुत्र बिगड़ गया, फिर औरंगजेब बिगड़ी गया, गाहां जाके जहांगीर वर्गे बिगड़ी गए। कहो सतनाम सिंह, इस लंगर नूं परमेश्वर ही चला सकता है, ਜਾਂ फिर परमेश्वर की संगत चला सकती है। और कमाल की गल है, सच है साडे सामने है। कोरोना दे विच भी कोई सरकारां दुनिया नूं नहीं रिजा सकियां जिन्ना गुरु नानक ने रिजाया, उहदे लंगर ने संभालिया। को सतनाम सी, इतिहास सामने है साडे। अज भी आल वर्ल्ड दे विच जिथे जिथे नानक नाम लेवा सिख संगतां वसदियां, उत्थे लंगर चलदे आ। भुखिया नमाणिया नताणिया नूं संभालिया जांदा, गुरु किरपा करन। इस करके पातशाह जी कहते उस डेरे का पता वो लगता है जिते गुरु की कृपा हुंदी है। वह डेरा की सो मित जानै, जाको दृष्ट पूर्ण भगवान है। डेरा नेचल सच साध संग पाया। हुण संगत बाबे नानक तो चली आ रही है, 1469 तो शुरू हुई है, 550 साल हो गया चली जा रही है। लंगर भी चली जा रही है, आउंदा चलाया होया, और इन्हें चलदा ही रहना। 2-4 जी विचों शरीर छड्ड जांदे है, 5-7 होर मिल जाते हैं। संगत कदे खत्म नहीं हुंदी। इस करके आओ, ये सच्चा डेरा है, सत्संग करया करो। सत्संग करते करते फिर अपने घरे जावांगे। एक वो पक्का डेरा है, बाकी सब झूठ है, खत्म होने वाले है। डड्डा डेरा ए नहीं जह डेरा तै जान। अगे बाबा जी कहते डेहरा ने चल साध सच साध संग पाया, नानक ते जन नह डोलाया। सिख ने पहला बेनती की सी ना, डंडौत बंदना अणकवार सर्व कला समरथ, डोलन ते राखो प्रभु नानक दे कर हथ। ते पौड़ी की आखिरी पंक्ति विच कहंदे आ जा सत्संग आया कर, तू डोलेगा नहीं। को सतनाम से नानक ते जन नह डोलाया। वो जीव फिर कदे भी नहीं डोलदा जिन्हां ने सत्संग दा पल्ला फड़ लिया। वो हमेशा चढ़दी कला विच रहिंदे आ। उन्हां ते तकलीफां भी आईयां, दुख भी आए,
ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੇ ਸਾਥੀ ਸ਼ਹੀਦ ਕੀਤੇ ਗਏ, ਪਰ ਡੋਲੇ ਨਹੀਂ। ਇਹਦਾ ਮਤਲਬ ਇਹ ਨਹੀਂਗਾ ਵੀ ਫਿਰ ਮਰਨਾ ਹੀ ਨਹੀਂ ਆ, ਸਰੀਰ ਛੱਡਣਾ ਹੀ ਨਹੀਂ ਗਾ। ਇਹ ਸਰੀਰ ਤਾਂ ਛੱਡਣੇ ਪੈਣੇ ਆ, ਪਰ ਫਿਰ ਟੇਢੀਆਂ ਜੂਨਾਂ 'ਚ ਜਾਣ ਤੋਂ ਬੰਦਾ ਬਚ ਜਾਂਦਾ ਹੈ। ਗੁਰੂ ਕਿਰਪਾ ਕਰਨ, ਨਾਨਕ ਤੇ ਜਾਨ ਨਹਿ ਡੁਲਾਇਆ। ਅਸਲੀ ਡੇਰਾ ਕੀ ਹੈ ਫਿਰ? ਗੁਰੂ ਕੀ ਸੰਗਤ ਔਰ ਪਰਮੇਸ਼ਰ ਦਾ ਘਰ, ਬਸ ਇਹੋ ਹੀ ਹੈ। ਇਹ ਮਾਤਲੋਕ 'ਚ ਹੈ, ਉਹ ਸੱਚਖੰਡ ਹੈ। ਦੋਨਾਂ ਥਾਵਾਂ ਤੇ ਹੀ ਮੌਤ ਦਾ ਜ਼ੋਰ ਨਹੀਂ ਚੱਲਦਾ। ਦੋਨਾਂ ਥਾਵਾਂ ਤੇ ਕਾਲ ਦਾ ਜ਼ੋਰ ਨਹੀਂ ਪੈ ਸਕਦਾ। ਕਾਲ ਖਤਮ ਨਹੀਂ ਕਰ ਸਕਦਾ ਦੋਨਾਂ ਚੀਜ਼ਾਂ ਨੂੰ। ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਬਾਬੇ ਨਾਨਕ ਤੋਂ ਸ਼ੁਰੂਆਤ ਹੋ ਗਈ। ਅਖੌਤੇ ਧਰਮ ਦੇ ਮੁਖੀ ਬ੍ਰਾਹਮਣਾਂ ਦੇ ਵੱਲੋਂ ਬਾਰ-ਬਾਰ ਕਿਹਾ ਜਾਂਦਾ ਹੈ, ਜਹਾਂਗੀਰ ਵੀ ਕਹਿੰਦਾ ਝੂਠ ਦੀ ਦੁਕਾਨ ਬੰਦ ਕਰੋ। ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਮਿੱਟੀ ਪਾ ਕੇ ਪੂਰ ਦਿੱਤਾ। ਕਹਿੰਦੇ ਇੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ। ਜਦੋਂ ਇਹ ਸਿੱਖ ਇੱਥੋਂ 2 ਘੁੱਟਾਂ ਜਲ ਛਕ ਜਾਂਦੀ ਹੈ ਸਰੋਵਰ 'ਚੋਂ, ਫਿਰ ਪਤਾ ਨਹੀਂ ਕਿਵੇਂ ਤਕੜੇ ਹੋ ਜਾਂਦੇ ਆ। ਇਹ 'ਚ ਮਿੱਟੀ ਪਾ ਦਿਓ। ਮਿੱਟੀ ਪਵਾ ਦਿੱਤੀ। ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ। ਫਿਰ ਮੌਕੇ ਦੀ ਕਾਂਗਰਸ ਸਰਕਾਰ ਨੇ ਗੁਰੂ ਪਿਆਰਿਓ, ਪਰ ਗੁਰੂ ਨਾਨਕ ਦਾ ਘਰ ਜਿਵੇਂ ਕੋਈ ਭਾਫ ਨੂੰ ਨੱਪਦਾ ਨਾ, ਭਾਫ ਨੂੰ ਸਟੀਮ ਨੂੰ ਟੋਪੀ 'ਚ ਬਣਦੀ ਹੈ, ਪਤੀਲੇ 'ਚ ਬਣਦੀ ਹੈ, ਨੱਪਦਾ ਤੇ ਅਖੀਰ ਉਹ ਭਾਫ ਐਸਾ ਧੱਕਾ ਮਾਰ ਦਿਓ ਤੇਜ਼ ਹੋ ਕੇ ਉੱਭਰਦੀ ਹੈ। ਐਸਾ ਹੀ ਗੁਰੂ ਨਾਨਕ ਦਾ ਘਰ ਹੈ। ਲੋਕਾਂ ਨੇ ਨੱਪਣ ਦੀ, ਦਬਾਉਣ ਦੀ, ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਵੀ ਵਧੀਆ ਹੋ ਕੇ ਉੱਭਰਦਾ ਹੈ। ਕਹੋ ਸਤਨਾਮ ਸਿੰਘ। ਗੁਰੂ ਕਿਰਪਾ ਕਰਨ, ਕਿਉਂਕਿ ਇਹ ਪਰਮੇਸ਼ਰ ਦਾ ਬਣਾਇਆ ਹੋਇਆ। ਇਹਦੀਆਂ ਜੜ੍ਹਾਂ ਪਰਮੇਸ਼ਰ ਨੇ ਲਾਈਆਂ। ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਪੁੱਤ ਭਾਈ ਸਿੱਖ ਬਗਾਸੀ। ਸਾਰੇ ਸੁਖੀ ਵਸਨ। ਸਤਸੰਗ ਵਿੱਚ ਆਈਏ, ਸੱਚਖੰਡ ਸਤਸੰਗ ਨਾਲ ਜੁੜੀਏ। ਸਤਸੰਗ ਦੇ ਵਿੱਚ ਕਾਲ ਦਾ ਜ਼ੋਰ ਨਹੀਂ ਹੈ, ਸੱਚਖੰਡ ਵਿੱਚ ਕਾਲ ਦਾ ਜ਼ੋਰ ਨਹੀਂ ਹੈ। ਸ਼ਬਦ ਸੰਪੂਰਨ ਹੋਇਆ। ਅਸਲੀ ਡੇਰਾ ਹੈ ਪਰਮੇਸ਼ਰ ਦਾ ਨਾਮ ਜਪੀਏ ਤੇ ਉਹਦੇ ਵਿੱਚ ਮਿਲ ਜਾਈਏ। ਡੇਰਾ ਨੇਚਲ ਸਾ ਸਾਧ ਸੰਗ ਪਾਇਆ, ਨਾਨਕ ਤੇ ਜਾਣੈ ਡੁਲਾਇਆ। ਸ਼ਲੋਕ ਅਗਲਾ ਸ਼ਬਦ ਸ਼ਲੋਕ ਹੈ, ਢਾਹਣ ਲਾਗੇ ਧਰਮ ਰਾਏ, ਕਿਨੈ ਨਾ ਘਾਲਿਓ ਬੰਧ। ਭਾਵ ਮੌਤ ਤੋਂ ਕਿਸੇ ਨੂੰ ਕੋਈ ਨਹੀਂ ਬਚਾ ਸਕਦਾ। ਜੇ ਕੋਈ ਰਾਜਾ ਕਹੇ ਬਈ ਮੇਰੇ ਨਾਲ ਬੜੀ ਫੌਜ ਹੈ, ਪਤਾ ਨਹੀਂ ਫੌਜ ਦੇ ਵਿੱਚੋਂ ਹੀ ਬੰਬ ਚੱਲ ਜੇ। ਕਹੋ ਸਤਨਾਮ ਸੀ। ਮੌਤ ਦਾ ਕੋਈ ਪਤਾ ਨਹੀਂ ਕਿੰਨੇ ਰੂਪ ਬਦਲਦੀ ਹੈ, ਕਦੋਂ ਕਿੱਥੇ ਆ ਜਾਵੇ। ਢਾਹਣ ਲਾਗੇ ਧਰਮ ਰਾਏ, ਭਾਵ ਧਰਮਰਾਜ, ਭਾਵ ਕਾਲ ਜਦੋਂ ਬੰਦੇ ਨੂੰ ਢਾਉਂਦਾ ਹੈ, ਮਾਰਦਾ ਹੈ। ਕਿਲੇ ਨਾ ਘਾਲਿਓ ਬੰਦ, ਤੇ ਬਚੂ ਕਿਵੇਂ ਮਹਾਰਾਜ? ਨਾਨਕੀ ਉਬਰੈ ਜਪ ਹਰੀ, ਸਿਮਰਨ ਕਰ ਲਿਆ ਕਰ ਤਾਂ ਹੀ ਬਚੇਗਾ। ਕਹੋ ਸਤਨਾਮ ਸਿੰਘ। ਨਾਨਕੀ ਉਬਰੈ ਜਪ ਹਰੀ, ਸਾਧ ਸੰਗ ਸੰਬੰਧ। ਸੰਗਤ ਨਾਲ ਸੰਬੰਧ ਕਰ ਲੈ, ਸੰਗਤ ਨਾਲ ਜੁੜ ਜਾ, ਫਿਰ ਤੈਨੂੰ ਕੋਈ ਮਾਰਨ ਵਾਲਾ ਨਹੀਂ ਜੰਮਿਆ, ਨਹੀਂ ਤਾਂ ਤੈਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਜੰਮਿਆ। ਵੱਡੇ ਵੱਡੇ ਕੰਸ ਵਰਗੇ, ਹਰਨਕਸ਼ ਵਰਗੇ, ਰਾਵਣ ਵਰਗੇ, ਚੰਦੂ ਵਰਗੇ, ਔਰੰਗਜ਼ੇਬ, ਅਹਿਮਦ ਸ਼ਾਹ ਅਬਦਾਲੀ, ਇਹ ਦੇਸ਼ ਦੀਆਂ ਵਰਤਮਾਨ ਸਰਕਾਰਾਂ ਜਿਹੜੀਆਂ ਕਹਿੰਦੀਆਂ ਅਸੀਂ ਇਸ ਸਿੱਖੀ ਨੂੰ ਖਤਮ ਹੀ ਕਰ ਦੇਣਾ ਹੈ, ਚੋਰੀਆਂ ਚੋਰੀਆਂ ਕਦੇ ਕਿਸੇ ਦੇਸ਼ ਸਿੱਖ ਮਾਰਤਾ, ਕਦੇ ਕਿਸੇ ਦੇਸ਼ 'ਚ ਮਾਰਤਾ। ਤੇ ਜਦੋਂ ਪਰਮੇਸ਼ਰ ਦਾ ਡੰਡਾ ਚੱਲਦਾ ਹੈ ਨਾ, ਉਹ ਲੱਤ ਨਹੀਂ ਮਾਰਦਾ, ਉਹ ਬੰਦੇ ਦੀ ਮੱਤ ਮਾਰਦਾ। ਤੇ ਜਦੋਂ ਮੱਤ ਮਾਰਦਾ ਹੈ ਤੇ ਮਾਰਨ ਵਾਲਿਆਂ ਤੋਂ ਹੀ ਭੇਤ ਖੁੱਲ੍ਹ ਜਾਂਦਾ ਵੀ ਇਹ ਮਾਰਨ ਲੱਗੇ ਹੋਏ ਆ। ਇਸ ਕਰਕੇ ਉਹਦੀ ਜਦੋਂ ਸੋਟੀ ਚੱਲਦੀ ਹੈ, ਡੰਡਾ ਚੱਲਦਾ, ਉਹਦੀ ਪੀੜ ਬਹੁਤ ਹੁੰਦੀ ਹੈ, ਬੰਦਾ ਚੀਕਾਂ ਮਾਰਦਾ, ਫਿਰ ਖੜਕਾ ਨਹੀਂ ਕਰਦੀ ਉਹ, ਪਰ ਬੰਦੇ ਦੀਆਂ ਚੀਕਾਂ ਤੋਂ ਪਤਾ ਲੱਗਦਾ ਵੀ ਇੱਥੇ ਰੱਬ ਦਾ ਡੰਡਾ ਚੱਲਿਆ ਲੱਗਦਾ। ਕਹੋ ਸਤਨਾਮ ਸੀ। ਗੁਰੂ ਕਿਰਪਾ ਕਰਨ। ਇਹ ਸ਼ਬਦ ਦੇ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ ਕਾਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।